ਤੇ ਸਤ ਸੰਤੋਖ ਵਿੱਚ ਵਿਚਰੋ। ਸਰਮ ਪਤ, ਹੁਣ ਸਰਮ ਪਤ ਕੀ ਹੈ? ਮਿਹਨਤ ਦਾ ਪਾਤਰ ਬਣਾਉਣ ਲਈ ਸਰੀਰ ਮਿਲਿਆ ਕਿ ਮਾਇਆ ਚੋਂ ਬਾਹਰ ਨਿਕਲਣ ਦੀ ਜੋ ਸਰਮ ਹੈ ਵਾ ਮਿਹਨਤ ਕਰੋ ਤਾਂ ਕਿ ਉਸ ਪਾਤਰ ਦੇ ਅੰਦਰ, ਭਾਂਡੇ ਦੇ ਅੰਦਰ ਵਸਤੂ ਪੈ ਸਕੇ। ਇਹੀ ਹੈ ਗੁਰਮੁਖਾਂ ਦੀ ਝੋਲੀ ਜਿਸ ਵਿੱਚ ਗਿਆਨ ਪਾਉਣਾ। ਜੋਗੀਆਂ ਕੋਲ ਸਰੀਰਕ ਵਸਤੂਆਂ ਹਨ, ਮੁਦਰਾ ਕੰਨਾਂ ਵਿੱਚ, ਝੋਲੀ ਕੱਪੜੇ ਦੀ, ਆਟਾ ਰੋਟੀ ਦਾਲ ਪਾਉਣ ਲਈ। ਵਿਭੂਤ ਮਾਇਆ ਦਾ ਸਰੀਰ ਹੈ, ਧਿਆਨ ਸੁਰਤੀ ਹੈ, ਮਨ ਹੈ, ਇਸ ਵਿੱਚ ਲੱਗਿਆ ਹੋਇਆ ਕਿ ਇਹ ਸਰੀਰ ਕਿਵੇਂ ਲੰਮੇ ਸਮੇਂ ਤੱਕ ਰਹੇ। ਸੋ ਗੁਰਮੁਖਾਂ ਦਾ ਧਿਆਨ ਵਿਭੂਤ ਕੀ ਹੈ? ਗੁਰਮੁਖਾਂ ਦਾ ਧਿਆਨ ਮਨ ਦੀ ਜੋ ਨਿਰਾਕਾਰੀ ਦੇਹੀ ਹੈ, ਸ਼ਬਦ ਰੂਪ, ਉਸ ਵਿੱਚ ਹੈ। ਗੁਰਮੁਖ ਮਾਇਆ ਦੀ ਦੇਹੀ ਵਿੱਚ ਧਿਆਨ ਨਹੀਂ ਲਾਉਂਦੇ, ਕਿਉਂਕਿ ਮਾਇਆ ਦੀ ਦੇਹੀ ਤਾਂ ਛੱਡਣੀ ਪੈਂਦੀ ਹੈ, ਤੇ ਛੱਡਣ ਵਾਲੀ ਚੀਜ਼ ਨਾਲ ਗੁਰਮੁਖ ਨਹੀਂ ਜੁੜਦਾ, ਸਗੋਂ ਉਸ ਦੇ ਨਾਲ ਤਾਂ ਨਾਤਾ ਤੋੜਦਾ ਹੈ। ਗੁਰਬਾਣੀ ਆਖਦੀ ਹੈ ਉਸ ਨਾਲ ਜੁੜੋ ਜਿਹੜਾ ਸਦਾ ਰਹੇ, ਉਹ ਹੈ ਪਰਮੇਸ਼ਰ। ਪਰਮੇਸ਼ਰ ਦੀ ਦੇਹੀ ਦਾ ਧਿਆਨ ਕਰੋ ਜੇ ਕਰਨਾ ਹੀ ਹੈ। ਹੁਣ ਪਰਮੇਸ਼ਰ ਦੀ ਦੇਹੀ ਕੀ ਹੈ? ਉਹ ਹੈ ਸ਼ਬਦ, ਉਹ ਹੈ ਬਾਣੀ। ਸੋ ਗੁਰਮੁਖ ਉਸ ਵਿੱਚ ਸਮਾ ਕੇ ਸ਼ਬਦ ਰੂਪ ਹੋ ਕੇ ਚਲਾ ਜਾਂਦਾ। ਸ਼ਬਦ ਸੁਰਤ ਭਵ ਸਾਗਰ ਤਰੀ। ਆਮ ਜਿਹੜੇ ਸਾਡੇ ਕੋਲ ਹੁਣ ਗੁਟਕੇ ਨੇ, ਉੱਥੇ ਸ਼ਬਦ ਆਉਂਦਾ ਮੁੰਦਾ ਸੰਤੋਖ, ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ। ਪਰ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਲਿਖੀ ਹੋਈ ਗੁਰਬਾਣੀ ਸਿੱਧ ਗੋਸ਼ਟ ਪੜ੍ਹੋਗੇ, ਉੱਥੇ ਤੁਹਾਨੂੰ ਮੁਦਰਾ ਸ਼ਬਦ ਮਿਲੂਗਾ। ਉੱਥੇ ਮੁੰਦਾ ਨਹੀਂ ਹੈ, ਉੱਥੇ ਪੈਰ 'ਚ ਦੱਦੇ ਦੇ ਰਾਰਾ ਹੈ। ਜਿੰਨੀਆਂ ਪੁਰਾਤਨ ਗੁਰਬਾਣੀ ਦੀਆਂ ਬੀੜਾਂ ਨੇ, ਉੱਥੇ ਵੀ ਮੁਦਰਾ ਹੀ ਹੈ। ਜਿਹੜੀਆਂ ਨਵੀਆਂ ਬੀੜਾਂ ਨੇ, ਉੱਥੇ ਪੈਰ 'ਚ ਰਾਰਾ ਮਿਸਟੇਕ ਹੈ। ਬਹੁਤ ਅੱਖਰ ਨੇ ਜਿਹੜੇ ਪੈਰਾਂ ਦੇ ਵਿੱਚ ਸੀ, ਉਹ ਮਿਸਟੇਕ ਹੋ ਗਏ। ਬਾਵਾ ਮਿਸਟੇਕ ਹੋ ਗਿਆ, ਰਾਰਾ ਮਿਸਟੇਕ ਹੋ ਗਿਆ, ਹਾਹਾ ਮਿਸਟੇਕ ਹੋਇਆ। ਜਦੋਂ ਪ੍ਰਿੰਟਡ ਸਰੂਪ ਛਪੇ ਇਹਨਾਂ ਦੇ ਅੰਦਰ, ਕਿਉਂਕਿ ਜਿਹੜੀ ਮੁਦਰਾ ਹੈ ਇਹ ਬਹੁਤ ਜ਼ਰੂਰੀ ਹੈ। ਇਹਨਾਂ ਨੇ ਮੁੰਦਾ ਉੱਥੋਂ ਬਣਾ ਲਿਆ ਜੋਗੀਆਂ ਦੀਆਂ ਕੰਨਾਂ ਦੀਆਂ ਮੁੰਦਰਾਂ ਤੋਂ। ਉਹ ਮੁੰਦਰਾ ਹੀ ਹੈ, ਇਹ ਮੁਦਰਾ ਹੈ। ਇਹ ਫਰਕ ਪੈ ਗਿਆ, ਸੋ ਇਹਨੂੰ ਸਮਝਣਾ ਚਾਹੀਦਾ ਹੈ। ਮੁਦਰਾ ਸੰਤੋਖ, ਕਿ ਜਿਹੜਾ ਸੰਤੋਖ ਦੀ ਮੁਦਰਾ 'ਚ ਬੰਦਾ ਹੋਣਾ ਚਾਹੀਦਾ ਹੈ। ਲੋਭੀ ਨਹੀਂ ਹੋਣਾ ਚਾਹੀਦਾ, ਲਾਲਚੀ ਨਹੀਂ ਹੋਣਾ ਚਾਹੀਦਾ, ਵਿਕਾਰੀ ਨਹੀਂ ਹੋਣਾ ਚਾਹੀਦਾ। ਟਿਕਿਆ ਹੋਇਆ ਮਨ ਹੈ ਜਿਹੜਾ, ਜਿਵੇਂ ਇੱਕ ਪੱਥਰ ਦੀ ਮੂਰਤੀ ਉਹ ਟਿਕੀ ਹੁੰਦੀ ਹੈ, ਉਹ 'ਚ ਕੋਈ ਹਿਲਜੁਲ ਨਹੀਂ ਹੈ। ਪਰ ਜਿਹੜਾ ਮਨ ਹੈ ਇਹ ਪੱਥਰ ਦੀ ਮੂਰਤੀ ਵਾਂਗੂ ਨਹੀਂ ਹੈ, ਕਿਉਂਕਿ ਮਨ ਚੇਤਨ ਹੈ। ਮਨ ਟਿਕਿਆ ਹੋਇਆ ਹੁਕਮ 'ਚ ਚੱਲਦਾ ਹੈ। ਮਨ ਹੈ ਜਿਹੜਾ, ਇਹ ਚੇਤਨ ਸ਼ਕਤੀ ਹੈ, ਇਹ ਕੋਈ ਪੱਥਰ ਦੀ ਮੂਰਤੀ ਵਾਂਗੂ ਨਹੀਂ, ਪਰ ਟਿਕਿਆ ਰਹਿੰਦਾ। ਜਿਵੇਂ ਪੱਥਰ ਦੀ ਮੂਰਤੀ ਟਿਕੀ ਹੈ, ਮਨ ਟਿਕਿਆ ਹੋਇਆ ਹੀ ਚੱਲਦਾ ਹੈ। ਭਾਵ ਕਿ ਮਨ ਦੇ ਅੰਦਰ ਵਾਸ਼ਨਾਵਾਂ ਨਹੀਂ ਪੈਦਾ ਹੁੰਦੀਆਂ, ਭਾਣੇ ਦੀ ਗੱਲ ਪੈਦਾ ਹੁੰਦੀ ਹੈ, ਹੁਕਮ ਦੀ ਗੱਲ ਪੈਦਾ ਹੁੰਦੀ ਹੈ, ਰਜ਼ਾ ਦੀ ਗੱਲ ਪੈਦਾ ਹੁੰਦੀ ਹੈ। ਫੁਰਨਾ ਉੱਠਦਾ ਹੈ, ਪਰ ਫੁਰਨਾ ਭਲੇ ਵਾਸਤੇ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਭਲਾ ਲੋਚਦਾ ਹੈ। ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆ। ਇਹ ਹੈ ਜਿਹਦਾ ਮਨ ਟਿਕਿਆ ਹੋਇਆ। ਮਨ ਟਿਕਦਾ ਕਾਹਦੇ ਨਾਲ? ਸੰਤੋਖ ਨਾਲ। ਇਹ ਜ਼ਰੂਰੀ ਹੈ। ਜਦੋਂ ਸੰਤੋਖ ਹੁੰਦਾ ਮਨ ਕੋਲ, ਫਿਰ ਇਹਦੇ ਕੋਲ ਸਰਮ, ਫਿਰ ਇਹਦੇ ਕੋਲ ਮਿਹਨਤ ਹੈ, ਫਿਰ ਇਹ ਮਿਹਨਤ ਕਰਦਾ, ਫਿਰ ਇਹ ਸੱਚ ਬੋਲਣ ਲਈ ਪੂਰੀ ਮਸ਼ੱਕਤ ਕਰਦਾ, ਪੂਰੀ ਮਿਹਨਤ ਨਾਲ ਸੱਚ ਬੋਲਦਾ। ਐਵੇਂ ਸੱਚ ਨਹੀਂ ਬੋਲਿਆ ਜਾਂਦਾ।
ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ। ਉਹ ਗਏ ਨੇ, ਅੱਜ ਵੀ ਨੇ। ਉਹ ਸ਼ਰਮ ਕਰਦੇ ਆ, ਬੜੀ ਮਿਹਨਤ ਕਰਦੇ ਆ। ਸੱਚ ਬੋਲਣਾ ਕੋਈ ਸੌਖੀ ਗੱਲ ਨਹੀਂ। ਪੱਤ ਝੋਲੀ, ਉਹਨਾਂ ਦੇ ਕੋਲ ਜਿਹੜੀ ਝੋਲੀ ਹੈ ਉਹ ਉਹਨਾਂ ਦੀ ਇੱਜ਼ਤ ਹੈ, ਕਿਉਂਕਿ ਉਸ ਝੋਲੀ ਦੇ ਅੰਦਰ ਨਾਮ ਹੈ, ਸਾਹਿਬ ਹੈ। ਨਾਮ ਹੀ ਸਾਹਿਬ ਹੈ। ਸਾਹਿਬ ਮੇਰਾ ਨੀਤਨਾਮਾ। ਉਹ ਉਹਦੀ ਹਿਰਦੇ ਦੇ ਅੰਦਰ ਬੈਠਾ, ਉਹਦੇ 'ਚ ਧਿਆਨ ਹੈ। ਧਿਆਨ ਟਿਕਿਆ ਹੋਇਆ ਹੈ। ਧਿਆਨ ਕੀ ਕਰੇ ਵਿਭੂਤ। ਹੁਣ ਉਹਦਾ ਜਿਹੜੀ ਵਿਭੂਤੀ ਹੈ, ਉਹਦਾ ਜਿਹੜਾ ਸਰੀਰ ਹੈ, ਉਹ ਧਿਆਨ ਹੀ ਹੈ। ਉਹ ਧਿਆਨ ਦੇ ਵਿੱਚ ਬੈਠਾ, ਉਸ ਸਰੀਰ ਨਾਲ ਜੁੜਿਆ ਬੈਠਾ, ਉਸ ਧਿਆਨ ਨਾਲ ਜੁੜਿਆ ਬੈਠਾ। ਇਹ ਹੈ ਗੁਰਮੁਖ। ਦੂਸਰੇ ਪਾਸੇ ਸੰਸਾਰੀ ਵੀ ਨੇ, ਉਹ ਵੀ ਕਹਿੰਦੇ ਆ ਵੀ ਸਾਡੇ ਵੀ ਮੁਦਰਾ ਹੈ, ਅਸੀਂ ਵੀ ਬੈਠੇ 2.5 ਘੰਟੇ ਬੈਠੇ ਆ, ਇੱਕ ਚੌਂਕੜੀ ਨਹੀਂ ਹਿਲਦਾ, ਬੜਾ ਸੰਤੋਖ ਧਾਰਿਆ ਹੋਇਆ, ਜਾਂ ਨਹੀਂ ਖਾਣਾ ਉਹ ਨਹੀਂ। ਉਹ ਸਰੀਰ ਦਾ ਸੰਤੋਖ ਧਾਰਦੇ ਆ, ਗੁਰਮੁਖ ਜੋਤ ਦਾ ਸੰਤੋਖ ਧਾਰਦਾ ਹੈ। ਉਹ ਸਰੀਰ ਨੂੰ ਬਚਾਉਣ ਲਈ ਸ਼ਰਮ ਕਰਦੇ ਆ, ਮਿਹਨਤ ਕਰਦੇ ਆ। ਗੁਰਮੁਖ ਮਨ ਨੂੰ ਬਚਾਉਂਦਾ ਹੈ। ਉਹਨਾਂ ਦੀ ਪੱਤ ਝੋਲੀ ਕੀ ਹੈ? ਉਹਨਾਂ ਦੇ ਸਰੀਰ ਦੀ ਇਹ ਪੱਤ ਹੈ। ਉਹ ਸਰੀਰ ਨੂੰ ਬਚਾਉਣਾ ਚਾਹੁੰਦੇ ਆ, ਝੋਲੀ ਅੱਡ ਕੇ ਰੱਖਦੇ ਆ ਵੀ ਜੋ ਸੰਗਤ ਦੇਗੀ ਠੀਕ ਹੈ। ਉਹਨਾਂ ਦਾ ਇਸੇ ਗੱਲ 'ਚ ਧਿਆਨ ਰਹਿੰਦਾ, ਕੌਣ ਆਇਆ, ਕੀ ਦੇ ਕੇ ਗਿਆ, ਕੀ ਕੰਮ ਕਰਨੇ ਨੇ ਸੰਸਾਰ 'ਚ। ਸੰਸਾਰ 'ਚ ਧਰਮ ਦੇ ਕੰਮਾਂ ਨੂੰ ਲੱਗੇ ਰਹਿੰਦੇ ਆ। ਕਰੇ ਵਿਭੂਤ, ਪਰ ਉਹ ਸਰੀਰ ਨਾਲ ਹੀ ਜੁੜ ਕੇ ਰਹਿ ਜਾਂਦੇ ਆ, ਸਰੀਰ ਤੋਂ ਪਰੇ ਨਹੀਂ ਜਾਂਦੇ। ਪਰ ਜਿਹੜਾ ਗੁਰਮੁਖ ਹੈ ਉਹ ਸਰੀਰ ਤੋਂ ਪਰੇ ਰਹਿੰਦਾ, ਭਾਵੇਂ ਉਹਦੇ ਕੋਲ ਸਰੀਰ ਵੀ ਹੋਵੇ, ਫਿਰ ਵੀ ਉਹ ਪਰੇ ਰਹਿੰਦਾ। ਸੋ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਖੇਂਥਾ ਕਾਲ ਕੁਆਰੀ ਕਾਇਆ ਜੁਗਤੀ ਡੰਡਾ ਪ੍ਰਤੀਤ। ਹੁਣ ਖੇਂਥਾ ਕੀ ਹੈ? ਹੁਣ ਦੇਖੋ ਇੱਥੇ ਪਾਤਸ਼ਾਹ ਸਮਝਾਉਣਗੇ। ਪਹਿਲਾਂ ਵਿਭੂਤ ਆ ਗਿਆ, ਹੁਣ ਖੇਂਥਾ ਦੀ ਗੱਲ ਕਰਨਗੇ ਨਾਲ। ਖੇਂਥਾ ਹੈ ਬਾਹਰਲਾ ਸਰੀਰ, ਜਿਹਨੂੰ ਅਸੀਂ ਮੰਨਦੇ ਹਾਂ, ਗੁਰਮਤਿ ਨੂੰ ਕੱਪੜਾ ਮੰਨਦੀ ਹੈ। ਇਹ ਕਾਲ ਦੇ ਵਾਸ ਹੈ, ਇਹ ਸਾਡੀ ਕਲਪਨਾ ਦੇ ਅਧੀਨ ਚੱਲਦਾ ਹੈ। ਸਰੀਰ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦਾ। ਜੇ ਸਾਡੇ ਅੰਦਰ ਇੱਛਾ ਹੈ ਤਾਂ ਚੱਲੂ, ਜੇ ਨਹੀਂ ਤਾਂ ਨਹੀਂ। ਅੰਦਰਲਾ ਸਰੀਰ ਹੈ ਜਿਹੜਾ, ਉਹ ਕੁਵਾਰਾ ਹੈ। ਅੰਦਰਲੇ ਸਰੀਰ ਦੀ ਸਾਨੂੰ ਸੋਝੀ ਨਹੀਂ ਹੈ। ਖੇਂਥਾ ਕਾਲ, ਕਾਲ ਦਾ ਬਾਰ ਖੇਂਥਾ ਤੇ ਹੈ, ਉਹ ਕੁਆਰੀ ਹੈ, ਉਹ ਕੁਆਰੀ ਕਾਇਆ ਹੈ। ਹੁਣ ਇੱਥੇ ਕੁਆਰੀ ਕਾਇਆ ਤਾਂ ਲਿਖਿਆ ਕਿਉਂਕਿ ਜਿਹੜਾ ਸਨਾਤਨ ਮਤ ਹੈ ਉਹ ਬਾਹਰਲੇ ਸਰੀਰ ਨੂੰ ਕਾਇਆ ਮੰਨਦਾ ਹੈ, ਜਦ ਕਿ ਬਾਹਰਲਾ ਸਰੀਰ ਮਾਇਆ, ਅੰਦਰਲਾ ਜਿਹੜਾ ਸਰੀਰ ਹੈ ਜੋਤ ਹੈ ਉਹ ਕਾਇਆ ਹੈ। ਕਿਤੇ ਕਿਤੇ ਪਾਤਸ਼ਾਹ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਾਹਰਲੇ ਸਰੀਰ ਨੂੰ ਕਾਇਆ ਮੰਨਿਆ, ਪਰ ਮੰਨਿਆ ਕਿਹਾ ਵੀ ਇਹ ਮੰਨਦੇ ਆ, ਅਸੀਂ ਨਹੀਂ ਮੰਨਦੇ। ਜਿਵੇਂ ਪਾਤਸ਼ਾਹ ਕਹਿੰਦੇ, ਇਹ ਕਾਇਆ ਮੈਂ ਰੁਲਦੀ ਦੇਖੀ, ਵੀ ਜੇ ਤੁਸੀਂ ਇਹਨੂੰ ਕਾਇਆ ਕਹਿੰਦੇ ਤਾਂ ਰੁਲਦੀ ਪੈਂਦੀ ਹੈ, ਪਰ ਜਿਹੜੀ ਅਸਲੀ ਕਾਇਆ ਉਹ ਤਾਂ ਰੁਲਦੀ ਨਹੀਂ ਹੈ। ਹੀਰੇ ਨੂੰ ਭਾਵੇਂ ਚਿੱਕੜ 'ਚ ਸਿੱਟੀ ਚੱਲੋ, ਠੀਕ ਹੈ, ਉਹ ਚਿੱਕੜ 'ਚ ਪਿਆ, ਪਰ ਉਹਦੀ ਕੀਮਤ ਨਹੀਂ ਘਟਦੀ। ਜੋਤ ਭਾਵੇਂ ਭਵ ਸਾਗਰ ਵਿੱਚ ਹੀ ਹੈ, ਮੈਲ 'ਚ ਹੈ, ਮਾਇਆ 'ਚ ਹੈ, ਪਰ ਜੋਤ ਜੋਤ ਹੀ ਹੈ। ਜੋਤ ਅਖਰ ਹੈ, ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਪਾਤਸ਼ਾਹ ਨੇ ਲਿਖਿਆ ਕਿ ਅੰਦਰਲਾ ਜਿਹੜਾ ਸਰੀਰ ਹੈ ਕਾਇਆ, ਉਹ ਕੁਵਾਰੀ ਹੈ, ਅਜੇ ਵਰ ਨਹੀਂ ਮਿਲਿਆ, ਭਾਵ ਕਿ ਸ਼ਬਦ ਗੁਰੂ ਪ੍ਰਗਟ ਨਹੀਂ ਹੋਇਆ। ਤਾਂ ਹੀ ਕੁਆਰੀ ਹੈ। ਹੁਣ ਜੁਗਤੀ ਕੀ ਹੈ? ਵਰ ਦੇ ਮਿਲਾਪ ਦੀ, ਉਹ ਹੈ ਰਾਮ ਨਾਮ ਸੰਜੋਗ। ਹੁਣ ਰਾਮ ਨਾਮ ਮਿਲੇ ਤਾਂ ਫਿਰ ਸੰਜੋਗ ਹੋਵੇ, ਮਿਲਾਪ ਹੋਵੇ। ਹੁਣ ਸੰਜੋਗ ਹੋਊ ਕਿਵੇਂ?
ਜੁਗਤੀ ਡੰਡਾ ਪ੍ਰਤੀ, ਕਿ ਮਨ ਹੈ ਜਿਹੜਾ ਉਹ ਡੰਡੇ ਵਾਂਗੂ ਸਿੱਧਾ ਹੋਵੇ, ਭਾਵ ਗੁਰਬਾਣੀ ਨੂੰ ਪੂਰੇ ਤੌਰ ਤੇ ਆਪਣੇ ਤੇ ਲਾਗੂ ਕਰੇ, ਭਾਵ ਹੁਕਮ ਚ ਰਹਿਣ ਲਈ ਮਨ ਨੂੰ ਸੋਝੀ ਦੇਣੀ। ਸੋ ਅਸੀਂ ਇਹ ਤੋਂ ਉਲਟ ਕਰ ਲਿਆ, ਕਿਉਂਕਿ ਬਾਹਰਲੇ ਸਰੀਰ ਨਾਲ ਜਿਹੜੇ ਜੁੜੇ ਹੋਏ ਨੇ ਉਹ ਸਰੀਰ ਕਰਕੇ ਹੀ ਕਰਦੇ ਆ। ਅਸੀਂ ਸਰੀਰਕ ਤੌਰ ਤੇ ਡੰਡੌਤ ਕਰਨ ਲੱਗ ਪਏ, ਪਰ ਮਨ ਦੇ ਡੰਡੌਤ ਕਰਨੀ ਸੀ। ਚਲੋ ਜੇ ਸਰੀਰ ਕਰਕੇ ਡੰਡੌਤ ਕਰ ਲਈ ਤਾਂ ਉਸ ਵਿੱਚੋਂ ਕੀ ਕੁਝ ਸਿੱਖਣਾ ਸੀ ਕਿ ਜਿਵੇਂ ਸਰੀਰ ਸਿੱਧਾ ਕੀਤਾ ਇਸੇ ਤਰ੍ਹਾਂ ਹੀ ਮਨ ਨੂੰ ਵੀ ਸਿੱਧਾ ਕਰਨਾ। ਤੇ ਤਾਂ ਹੈ ਗੱਲ ਠੀਕ। ਪਰ ਜੇ ਸਰੀਰ ਸਿੱਧਾ ਕਰ ਲਿਆ ਤੇ ਮਨ ਵਿੱਚ ਬਲ ਨੇ, ਫਿਰ ਤਾਂ ਕੋਈ ਫਾਇਦਾ ਨਹੀਂ। ਜਿਵੇਂ ਪਾਤਸ਼ਾਹ ਬਚਨ ਕਰਦੇ ਆ, ਕਰ ਡੰਡੌਤ ਪੁੰਨ ਵੱਡਾ ਹੈ, ਵੀ ਡੰਡੌਤ ਕਰਨ ਦੇ ਨਾਲ ਜਿਹੜਾ ਫਲ ਆ ਵੱਡਾ ਮਿਲਦਾ ਹੈ। ਤੇ ਹੁਣ ਸਰੀਰ ਕਰਕੇ ਡੰਡੌਤ ਕੀਤੀ ਤੇ ਫਲ ਤਾਂ ਮਿਲਿਆ ਨਾ, ਪਰ ਹੁਣ ਗੁਰਬਾਣੀ 'ਚ ਬਚਨ ਪਿਆ, ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ। ਹੁਣ ਦੋਏ ਚੀਜ਼ਾਂ ਸਰੀਰ ਕਰਕੇ ਕੀਤੀਆਂ, ਅੰਜਲੀ ਵੀ ਕੀਤੀ, ਡੰਡੌਤ ਵੀ ਕੀਤੀ, ਪਰ ਫਲ ਕੋਈ ਵੀ ਨਹੀਂ। ਫਿਰ ਇਹ ਤਾਂ ਮਤਲਬ ਗੁਰਬਾਣੀ ਝੂਠ ਹੈ। ਜਦੋਂ ਗੁਰਬਾਣੀ 'ਚ ਲਿਖਿਆ ਵੀ ਫਲ ਵੱਡਾ ਮਿਲਦਾ ਤਾਂ ਵਿਅਕਤੀ ਦੇ ਕੋਲ ਫਲ ਹੋਣਾ ਚਾਹੀਦਾ। ਇਹ ਸਵਾਲ ਖੜਾ ਹੁੰਦਾ ਬੜਾ ਵੱਡਾ, ਜਿਹੜੇ ਕੁਛ ਇਹ ਕਰਦੇ ਆ। ਪਰ ਜਿਹੜੀ ਅਸਲੀ ਡੰਡੌਤ ਹੈ ਉਹ ਡੰਡੌਤ ਕਰਨ ਦੇ ਨਾਲ ਦੀ ਨਾਲ ਹੀ ਫਲ ਮਿਲਦਾ। ਉਹ ਡੰਡੌਤ ਕੀਤੀ ਮਨ ਨੇ, ਜਦੋਂ ਮਨ ਸਿੱਧਾ ਹੋ ਗਿਆ, ਜਿਹਦਾ ਵੀ ਮਨ ਸਿੱਧਾ ਹੋਇਆ ਉਹਨੂੰ ਨਾਲ ਹੀ ਫਲ ਮਿਲਿਆ। ਫਲ ਕੀ ਹੈ? ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਉਹਨੂੰ ਜਦੇ ਉਸ ਵੇਲੇ ਉਹਦਾ ਗਿਆਨ ਆ ਜਾਣਾ। ਇੱਕ ਸਕਿੰਟ ਵੀ ਨਹੀਂ ਲੱਗਦਾ। ਮਨ ਦੀ ਡੰਡੌਤ ਨਾਲ ਫਲ ਜਦੇ ਮਿਲ ਜਾਂਦਾ। ਅੰਜਲੀ ਕੀ ਹੈ? ਹੁਣ ਸਾਡੇ ਅੰਜਲੀ ਕਰਦੇ ਆ ਦੋਨੇ ਹੱਥਾਂ ਨੂੰ ਜੋੜ ਕੇ। ਅੰਜਲੀ ਆ ਦੋਨੇ ਹੱਥ ਜੋੜਨੇ ਨੇ। ਦੋਨੇ ਹੱਥ ਕਿਹੜੇ ਆ? ਉਹ ਆਤਮਾ ਤੇ ਪ੍ਰਾਤਮਾ। ਆਤਮਾ ਪ੍ਰਾਤਮਾ ਏਕੋ ਕਰੈ, ਇਹ ਦੋਨੇ ਹੱਥ ਨੇ। ਦੋਏ ਘਰ ਜੋੜ, ਇਹ ਘਰ ਨੇ। ਬਾਹਰਲੇ ਸਰੀਰ ਦੇ ਹੱਥ ਹੁੰਦੇ ਆ, ਜੋਤ ਦੇ ਆਤਮਾ ਦੇ ਕਰ ਹੁੰਦੇ ਆ। ਉਹ ਦੋਨੇ ਇੱਕ ਕੀਤੇ। ਕਰ ਅੰਜਲੀ ਪੁੰਨ ਵੱਡਾ ਹੈ। ਪੁੰਨ ਕੀ ਹੈ? ਹੁਕਮ, ਸ਼ਬਦ, ਜਿਹੜਾ ਸਭ ਤੋਂ ਸ੍ਰੇਸ਼ਟ ਹੈ। ਜਦੋਂ ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ। ਜਦੋਂ ਇੱਕ ਹੋ ਗਏ ਦੋਏ ਹੱਥ, ਤਾਂ ਸ਼ਬਦ ਗੁਰੂ ਹਿਰਦੇ 'ਚ ਆ ਗਿਆ, ਪ੍ਰਗਟ ਹੋ ਗਿਆ। ਸੋ ਮੱਥਾ ਟੇਕਣ ਦੀ ਵੀ ਇਹੀ ਕਿਰਿਆ ਗੁਰਮਤਿ ਦੇ ਅੰਦਰ, ਕਿ ਅਸੀਂ ਗੁਰਬਾਣੀ ਨੂੰ ਜਦੋਂ ਮੱਥਾ ਟੇਕਦੇ ਹਾਂ, ਸਾਡਾ ਗੁਰਬਾਣੀ ਨੂੰ ਮੱਥਾ ਟੇਕਣ ਦਾ ਭਾਵ ਇਹ ਹੈ, ਭਾਵ ਕਿ ਗੁਰਮੁਖ ਜਦੋਂ ਗੁਰਬਾਣੀ ਨੂੰ ਮੱਥਾ ਟੇਕਦਾ, ਸੰਸਾਰੀ ਦਾ ਟੇਕਦੇ ਆ ਮਾਇਆ ਵਾਸਤੇ ਹੀ। ਜਿਹੜਾ ਗੁਰਮੁਖ ਹੈ, ਜਿਹਨੂੰ ਪੂਰੀ ਸੋਝੀ ਆ, ਗੁਰਬਾਣੀ ਅੱਗੇ ਆਪਣਾ ਸਿਰ ਝੁਕਾਉਂਦਾ, ਉਹਦਾ ਭਾਵ ਹੈ ਕਿ ਮੈਂ ਆਪਣੀ ਮੱਤ ਤੇਰੇ ਅੱਗੇ ਰੱਖਤੀ। ਮੇਰੀ ਮੱਤ ਨਾਲੋਂ ਜੋ ਕੁਛ ਗੁਰਬਾਣੀ 'ਚ ਲਿਖਿਆ ਬਹੁਤ ਜ਼ਿਆਦਾ ਸ੍ਰੇਸ਼ਟ ਹੈ। ਆਪਣੇ ਹੰਕਾਰ ਨੂੰ ਗਵਾ ਕੇ ਗੁਰਮੁਖ ਗੁਰਬਾਣੀ ਦੇ ਅੱਗੇ ਪੇਸ਼ ਹੁੰਦਾ ਹੈ। ਫਿਰ ਗੁਰਬਾਣੀ ਤੋਂ ਉਹ ਸੋਝੀ ਪ੍ਰਾਪਤ ਕਰਦਾ ਹੈ। ਉਹ ਸੋਝੀ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਚਲੇ ਜਾਂਦਾ ਹੈ। ਮਨ ਨੀਵਾਂ ਹੁੰਦਾ ਚਲੇ ਜਾਂਦਾ ਹੈ। ਮਤ ਨੀਵੀਂ ਹੁੰਦੀ ਚਲੇ ਜਾਂਦੀ ਹੈ। ਜਿੰਨਾ ਗੁਰਮੁਖ ਨੀਵਾਂ ਹੁੰਦਾ ਚਲੇ ਜਾਂਦਾ, ਉਨਾ ਹੀ ਉਹਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ, ਟਿਕਾ ਪੈਦਾ ਹੋਈ ਜਾਂਦਾ।
ਹੁਕਮ ਵਿੱਚ ਰਹਿਣਾ ਇਸੇ ਨੂੰ ਹੀ ਪ੍ਰਤੀਤ ਆਖਦੇ ਆ। ਬਾਹਰਲੇ ਸਰੀਰ ਨਾਲ ਪ੍ਰਤੀਤ ਨਹੀਂ ਹੁੰਦੀ, ਬਾਹਰ ਮੋਹ ਹੁੰਦਾ ਹੈ, ਪ੍ਰੇਮ ਆਤਮਾ ਤੇ ਪ੍ਰਾਤਮਾ ਦਾ ਹੁੰਦਾ ਹੈ। ਹੁਕਮ ਵਿੱਚ ਰਹਿਣਾ, ਫਿਰ ਕਾਇਆ ਕੁਵਾਰੀ ਨਹੀਂ, ਹੁਕਮ ਪਤੀ ਨਾਲ ਸੰਜੋਗ ਹੋ ਗਿਆ ਤੇ ਸਦਾ ਸੁਹਾਗਣ ਹੈ ਤੇ ਸਦ ਜੀਵਨ ਹੈ। ਪਾਤਸ਼ਾਹ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤੀ ਡੰਡਾ ਪ੍ਰਤੀਤ। ਇਹ ਹੁਣ ਕਿਸੇ ਮਤ ਨੂੰ ਕੰਡੈਮ ਕੀਤਾ ਪਾਤਸ਼ਾਹ ਨੇ ਵੀ ਤੁਸੀਂ ਜਿਹਨੂੰ ਧਾਰਮਿਕ ਮੰਨਦੇ ਹੋ ਇਹ ਅਸਲ ਵਿੱਚ ਧਰਮ ਨਹੀਂ ਹੈ। ਜਿਹੜੀ ਖਿੰਥ ਹੈ ਤੁਹਾਡੇ ਕੋਲ ਸਰੀਰ ਹੈ, ਤੁਸੀਂ ਸਰੀਰ ਨੂੰ ਬਚਾਉਣਾ ਚਾਹੁੰਦੇ ਹੋ, ਪਾਤਸ਼ਾਹ ਕਹਿੰਦੇ ਇਹ ਤਾਂ ਕਾਲ ਦੇ ਬਸ ਹੈ। ਜਿਹੜੀ ਚੀਜ਼ ਹੈ ਹੀ ਕਾਲ ਦੇ ਬਸ, ਤੋਂ ਪਹਿਲਾਂ ਕਿੰਨੇ ਬੰਦੇ ਸਰੀਰ ਛੱਡ ਕੇ ਜਾ ਚੁੱਕੇ ਆ, ਤੁਹਾਨੂੰ ਵੀ ਪਤਾ ਵੀ ਸਰੀਰ ਰਹਿਣਾ ਨਹੀਂ, ਫਿਰ ਜਿੱਦ ਕਾਹਦੀ, ਫਿਰ ਕਿਉਂ ਉਹ ਕੰਮ ਕਰਨਾ ਜਿਹੜਾ ਸਾਡੇ ਵਸੇ ਨਹੀਂ। ਇਹ ਤਾਂ ਕਾਲ ਦੇ ਬਸ ਹੈ, ਤੁਹਾਡੀ ਇੱਛਾ ਦੇ ਬਸ ਹੈ। ਪਰ ਜਿਹੜਾ ਕਾਲ ਹੈ, ਇੱਛਾ ਅੰਦਰੋਂ ਹਿਰਦੇ 'ਚ ਉੱਠਦੀ ਹੈ, ਉਹ ਹੈ ਅਸਲੀ ਸਰੀਰ। ਉਹਨੂੰ ਬਚਾਉਣਾ ਸੀ, ਉਹ ਬਚਦਾ, ਉਹ ਮਰਦਾ ਨਹੀਂ। ਨਾ ਮਨ ਮਰੈ ਨਾ ਮਰਨੇ ਜੋਗ, ਉਹ ਨਹੀਂ ਮਰਦਾ, ਬਾਹਰਲਾ ਸਰੀਰ ਤਾਂ ਮਰੂਗਾ ਹੀ। ਉਹਨੂੰ ਬਚਾਓ, ਪਾਤਸ਼ਾਹ ਕਹਿੰਦੇ ਉਹ ਕੁਵਾਰੀ ਹੈ। ਉਸ ਚੀਜ਼ ਦਾ ਕੁਆਰਾ ਪਾਣਾ ਜਿਹੜਾ ਸੰਜੋਗੀ ਬਣਾਓ ਉਹਨੂੰ, ਉਹ ਹੈ ਕਾਇਆ। ਤੁਸੀਂ ਬਾਹਰਲੇ ਸਰੀਰ ਨੂੰ ਕਾਇਆ ਮੰਨੀ ਬੈਠੇ। ਇਹ ਜੁਗਤੀ ਸਿੱਖੋ, ਇਹ ਜੁਗਤੀ ਡੰਡੇ ਵਾਂਗੂ ਸਿੱਧਾ ਕਰ ਦਿੰਦੀ ਹੈ ਮਨ ਨੂੰ। ਜਦੋਂ ਸੱਪ ਮਰ ਜਾਂਦਾ ਨਾ, ਤਾਂ ਸੱਪ ਮਰ ਕੇ ਬਿਲਕੁਲ ਸਿੱਧਾ ਹੋ ਜਾਂਦਾ ਤੇ ਪੁੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਮਨ ਵਿਕਾਰਾਂ ਨੂੰ ਛੱਡ ਜਾਂਦਾ, ਵਾਸ਼ਨਾਵਾਂ ਛੱਡ ਜਾਂਦਾ, ਉਸੇ ਵੇਲੇ ਪੁੱਠਾ ਹੋ ਜਾਂਦਾ ਹੈ। ਉਨਾ ਚਿਰ ਪੁੱਠਾ ਹੀ ਨਹੀਂ ਹੁੰਦਾ, ਉਨਾ ਚਿਰ ਸੱਚਖੰਡ ਵਾਲੇ ਤਾਂ ਯਕੀਨ ਹੀ ਨਹੀਂ ਕਰਦੇ ਵੀ ਇਹ ਮਰ ਗਿਆ। ਜਦੋਂ ਮਨ ਵਿਕਾਰਾਂ ਤੋਂ ਰਹਿਤ ਹੁੰਦਾ, ਪੁੱਠਾ ਹੁੰਦਾ, ਉਸੇ ਵੇਲੇ ਇਹਦੇ ਅੰਦਰ ਨਾਮ ਹੈ ਜਿਹੜਾ ਪ੍ਰਗਟ ਹੋ ਜਾਂਦਾ ਹੈ। ਸੱਚਖੰਡ ਉਦੋਂ ਯਕੀਨ ਕਰਦਾ ਸਾਡੇ ਤੇ ਜਦੋਂ ਅਸੀਂ ਬਿਲਕੁਲ ਸ਼ੁੱਧ ਹੋ ਜਾਂਦੇ ਹਾਂ, ਸਿੱਧੇ ਹੋ ਜਾਂਦੇ ਹਾਂ, ਸਾਡੇ 'ਚ ਕੋਈ ਬਲ ਫੇਰ ਨਹੀਂ ਰਹੇਗਾ। ਜਿੰਨਾ ਚਿਰ ਕੋਈ ਨਾ ਕੋਈ ਬਲ ਫੇਰ ਹੈ, ਉਹ ਯਕੀਨ ਨਹੀਂ ਕਰਦੇ। ਇੰਨੀ ਪ੍ਰਤੀਤ ਹੋਣੀ ਚਾਹੀਦੀ ਹੈ ਹਰ ਵੇਲੇ ਮਨ ਹੁਕਮ 'ਚ ਸਿੱਧਾ ਰਹੇ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐਸ ਯੁਕਤੀ ਨਾਲ ਸਾਰਾ ਸੰਸਾਰ ਜਿੱਤ ਸਕਦੇ ਹੋ। ਆਈ ਪੰਥੀ ਦੀ ਗੱਲ ਕਰਦੇ ਹੋ, ਸਾਰਾ ਜਗਤ ਫਤਿਹ ਹੈ। ਜੋਗੀਆਂ ਦੇ 12 ਫਿਰਕੇ ਸਨ, ਆਈ ਪੰਥੀ ਨੂੰ ਸਭ ਤੋਂ ਉੱਤਮ ਮੰਨਦੇ ਸਨ। ਸਗਲ ਜਮਾਤੀ ਹੋਰ ਵੀ ਬਥੇਰੀਆਂ ਮੱਤਾਂ ਹਨ, ਸਿੱਧ ਨਾਥ ਜੋਗੀਆਂ ਵਿੱਚ ਮੁਸਲਮਾਨ ਵੀ ਸਨ। ਅਸਲ ਵਿੱਚ ਜੇ ਮਨ ਜਿੱਤ ਲਿਆ ਤਾਂ ਸਾਰਾ ਸੰਸਾਰ ਹੀ ਜਿੱਤ ਲਿਆ। ਭਾਵ ਹੁਕਮ ਨਾਲ ਜੁੜ ਕੇ ਹੀ ਸਾਰਾ ਸੰਸਾਰ ਜਿੱਤਿਆ ਜਾ ਸਕਦਾ, ਕਿਉਂਕਿ ਹੁਕਮ ਵਿੱਚ ਹੀ ਹੈ ਸੰਸਾਰ। ਸੰਸਾਰ ਛੋਟਾ ਹੈ, ਹੁਕਮ ਵੱਡਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਬੜੀ ਵੱਡੀ ਗੱਲ ਹੈ ਪਾਤਸ਼ਾਹ ਨੇ ਕੀਤੀ ਕਿ ਆਈ ਪੰਥੀ ਸਗਲ ਜਮਾਤੀ, ਜਿੰਨੀਆਂ ਵੀ ਜੋਤਾਂ ਇੱਥੇ ਆਈਆਂ ਨੇ, ਜਿਹੜੇ ਰਸਤੇ ਉਹ ਆਈਆਂ ਨੇ, ਰਸਤਾ ਇੱਕੋ ਹੀ ਹੈ। ਸਗਲ ਜਮਾਤੀ ਜਿੰਨੀਆਂ ਵੀ, ਉਹਨਾਂ ਦਾ ਉੱਥੇ ਜਦੋਂ ਆਈਆਂ ਨੇ ਸੱਚਖੰਡ ਵਿੱਚ, ਉਦੋਂ ਮਨ ਹਾਰ ਗਏ। ਮਨ ਦੇ ਅੰਦਰ ਹਉਮੈ ਆ ਗਈ, ਸੱਚਖੰਡ ਦਾ ਵਿਰੋਧ ਕਰ ਬੈਠਿਆ, ਉਹ ਤੋਂ ਹਾਰ ਗਿਆ ਮਨ।
ਹੁਣ ਮਨ ਜੀਤਾ। ਹੁਣ ਸਾਡਾ ਜਿਹੜਾ ਮੂਲ ਆ ਉਹਨੂੰ ਕਿਹਾ ਵੀ ਤੂੰ ਆਪਣੇ ਮਨ ਨੂੰ ਜਿੱਤ। ਇੱਥੇ ਜਿਹੜੀ ਜਿੱਤ ਆ ਉਹ ਹੰਕਾਰ ਪ੍ਰਤੀ ਨਹੀਂ ਹੈ, ਭਾਵ ਕਿ ਆਪਣੇ ਮਨ ਨੂੰ ਕੰਟਰੋਲ ਕਰ, ਆਪਣੇ ਮਨ ਨੂੰ ਕਾਬੂ ਕਰ। ਤੇਰੇ ਤੇ ਤੇਰਾ ਮਨ ਭਾਰੂ ਹੋ ਗਿਆ, ਜਿਵੇਂ ਅਸੀਂ ਵੀ ਕਹਿ ਦਿੰਦੇ ਹਾਂ ਵੀ ਤੇਰੇ ਤੇ ਤੇਰੇ ਮੁੰਡੇ ਭਾਰੂ ਹੋ ਗਏ, ਤੂੰ ਆਪਣੇ ਮੁੰਡਿਆਂ ਨੂੰ ਕਾਬੂ ਵਿੱਚ ਕਰ। ਇਸੇ ਤਰ੍ਹਾਂ ਹੀ ਸਾਨੂੰ ਸਾਡਾ ਮਨ ਹੈ ਜਿਹੜਾ ਉਹ ਕਾਬੂ ਕਰਨਾ ਪੈਣਾ। ਜਦੋਂ ਮਨ ਕਾਬੂ ਹੋ ਗਿਆ, ਅੰਦਰ ਹੀ ਹੈ ਸਾਡੇ ਮਨ ਦੇ ਜਿਹੜਾ ਜਿਹਨੇ ਕਾਬੂ ਕਰਨਾ, ਜਿਹਨੇ ਜਿੱਤਣਾ ਮਨ ਨੂੰ, ਉਹ ਵੀ ਅੰਦਰ ਹੀ ਹੈ। ਜਗ ਜੀਤ, ਫਿਰ ਜਿਹੜਾ ਤੇਰਾ ਹਿਰਦਾ ਨਾ ਉਹਦੇ ਵਿੱਚ ਤੇਰੇ ਕੋਲ ਜਿੱਤ ਪ੍ਰਾਪਤ ਹੋਊਗੀ, ਫਿਰ ਤੇਰੀ ਜੈ ਜੈਕਾਰ ਹੋਊਗੀ। ਫਿਰ ਹੈ ਜੈ 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 ਸੁਰਲੋਕ। ਫਿਰ ਸੱਚਖੰਡ ਆਖੂਗਾ ਵੀ ਵਾਕਈ ਗੱਲ ਸਹੀ ਹੈ। ਪਰ ਜੇ ਤੂੰ ਆਪਣੇ ਮਨ ਨੂੰ ਜਿੱਤ ਲਵੇਂ, ਆਪਣੇ ਮਨ ਨੂੰ ਕਾਬੂ ਕਰ ਲਵੇਂ, ਕਿਉਂਕਿ ਮਨ ਮਵਾਸੀ ਰਾਜਾ ਹੈ, ਮਨ ਤਾਂ ਖੁਦ ਕਬਜ਼ਾ ਕਰੀ ਬੈਠਾ ਹੈ। ਇਹ ਸਮਾਂ, ਇਹ ਸਮੇਂ ਨੂੰ ਅਸੀਂ ਸੰਭਾਲ ਲਾਂਗੇ ਤਾਂ ਸ੍ਰੇਸ਼ਟ ਹੈ, ਨਹੀਂ ਤਾਂ ਵੀ ਸਮਾਂ ਬਤੀਤ ਹੁੰਦਾ ਜਾ ਰਿਹਾ। ਆਦੇਸ਼ ਤਿਸੈ ਆਦੇਸ਼, ਸਦਾ ਹੀ ਨਮਸਕਾਰ ਹੈ ਹੁਕਮ ਨੂੰ। ਇੱਕ ਹੋ ਕੇ ਹੀ ਨਮਸਕਾਰ ਹੋ ਸਕਦੀ ਹੈ, ਇੱਕ ਹੋਏ ਤੋਂ ਪਹਿਲਾਂ ਨਮਸਕਾਰ ਨਹੀਂ ਹੋ ਸਕਦੀ। ਕੌਣ ਹੈ ਜਿਸ ਨੂੰ ਆਦੇਸ਼ ਹੈ? ਹੁਣ ਉਹਦੀ ਵੀ ਗੱਲ ਪਾਤਸ਼ਾਹ ਦੱਸਦੇ ਆ ਵੀ ਕਿਹੜਾ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਭੇਸ। ਆਦ ਕੀ ਹੈ? ਸਭ ਦਾ ਮੁੱਢ ਹੈ, ਜੜ ਮੂਲ। ਹੁਕਮ ਤੋਂ ਪਹਿਲਾਂ ਸ੍ਰਿਸ਼ਟੀ ਹੈ ਨਹੀਂ ਸੀ, ਹੁਕਮ ਨੇ ਰਚੀ। ਇਹ ਆਦ ਹੈ, ਸਾਡਾ ਜਿਹੜਾ ਮੂਲ ਆ ਸਾਡਾ ਆਦ ਹੈ। ਅਨੀਲ, ਗਿਣਤੀ ਤੋਂ ਰਹਿਤ ਹੈ। ਸੱਚਖੰਡ ਵਿੱਚ ਜਿੰਨੇ ਪੰਜ ਪ੍ਰਵਾਨ ਨੇ ਉਹਨਾਂ ਦੀ ਗਿਣਤੀ ਨਹੀਂ ਪਤਾ। ਉਹਨਾਂ ਸਾਰਿਆਂ ਦਾ ਤਾਂ ਹੁਕਮ ਹੈ, ਸਰਬਸੰਮਤੀ ਹੈ, ਉਹੀ ਫੈਸਲਾ ਹੈ। ਉਹ ਸਾਰੀਆਂ ਜੋਤਾਂ ਆਪਣੇ ਆਪ ਦੇ ਵਿੱਚ ਹਾਕਮ ਹਨ। ਉਹਨਾਂ ਦੀ ਜਿਹੜੀ ਇੱਛਾ ਹੈ ਉਹ ਹੁਕਮ ਰੂਪ ਵਿੱਚ ਹੈ। ਉਹ ਅਨੀਲ ਨੇ, ਗਿਣਤੀ ਤੋਂ ਰਹਿਤ ਨੇ, ਪਰ ਹੈ ਸਾਰੇ ਇੱਕੋ ਜਿਹੇ। ਅਨਾਦ, ਜਿਸ ਦਾ ਆਦ ਕੋਈ ਨਹੀਂ, ਉਹ ਹੈ ਜੋਤ। ਸ੍ਰਿਸ਼ਟੀ ਦਾ ਆਦ ਹੈ, ਜਿਹੜੀ ਜੋਤ ਭਵਸਾਗਰ ਵਿੱਚ ਹੈ ਇਹਦਾ ਆਦ ਹੈ। ਜਦੋਂ ਸ੍ਰਿਸ਼ਟੀ ਖਤਮ ਹੋ ਜਾਣੀ ਹੈ ਇਹਨੇ ਵੀ ਨਾਲ ਹੀ ਉੱਥੇ ਚਲੇ ਜਾਣਾ। ਪਰ ਜਿੰਨਾ ਚਿਰ ਸ੍ਰਿਸ਼ਟੀ ਹੈ ਇਹ ਆਦ ਗਿਣਿਆ ਜਾਊਗਾ, ਕਿਉਂਕਿ ਸ੍ਰਿਸ਼ਟੀ ਦਾ ਅੰਤ ਵੀ ਹੁੰਦਾ। ਪਰ ਜਿਹੜਾ ਜੋਤ ਹੈ ਉਹਦਾ ਆਦ ਅੰਤ ਨਹੀਂ ਹੈ। ਪਰ ਜੋਤ ਜਦੋਂ ਮਾਇਆ 'ਚ ਆ ਜਾਂਦੀ ਹੈ ਤਾਂ ਉਹਦੇ ਤੇ ਆਦ ਸ਼ਬਦ ਲਾਗੂ ਹੋ ਜਾਂਦਾ, ਕਿਉਂਕਿ ਉਹ ਮਾਇਆ ਨਾਲ ਜੁੜੀ ਹੋਈ ਹੈ। ਜਦੋਂ ਬੰਦਾ ਬਿਲਕੁਲ ਤੰਦਰੁਸਤ ਹੈ ਉਹਨੂੰ ਤੰਦਰੁਸਤੀ ਕਹਿੰਦੇ ਆ। ਪਰ ਜਦੋਂ ਬੰਦਾ ਡਾਕਟਰ ਦੇ ਚਲਾ ਗਿਆ, ਉੱਥੇ ਕੋਈ ਬਿਮਾਰੀ ਨਿਕਲ ਗਈ, ਤਾਂ ਉਹ ਬੰਦੇ ਨੂੰ ਬਿਮਾਰੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੋਤ ਜਦੋਂ ਸੱਚਖੰਡ 'ਚੋਂ ਆ ਗਈ ਤਾਂ ਉਹਦਾ ਆਦ ਹੈ, ਉਹਦੇ ਕੋਲ ਬਿਮਾਰੀ ਹੈ, ਉਹਨੇ ਬਿਮਾਰੀ ਠੀਕ ਕਰਾਉਣੀ ਪਊਗੀ, ਤੰਦਰੁਸਤ ਹੋਣਾ ਪਊਗਾ। ਸੋ ਜਿਸ ਦਾ ਕੋਈ ਆਦ ਨਹੀਂ ਉਹ ਜੋਤੀ ਹੈ। ਸ੍ਰਿਸ਼ਟੀ ਦਾ ਆਦ ਹੈ ਹੁਕਮ, ਹੁਕਮ ਦਾ ਵੀ ਆਦ ਹੈ। ਜਦੋਂ ਸੁੰਨ ਸਮਾਦ ਸੀ ਉਦੋਂ ਹੁਕਮ ਨਹੀਂ ਸੀ। ਹਾਕਮ ਚੁੱਪ ਸੀ, ਸਹਿਜ ਸਮਾਧ ਵੇਲੇ ਹੁਕਮ ਪ੍ਰਗਟ ਹੋਇਆ। ਜੋਤੀ ਤਾਂ ਪਹਿਲਾਂ ਵੀ ਸੀ, ਸੋ ਜੋਤੀ ਦਾ ਅੰਤ ਨਹੀਂ ਹੈ। ਸੁੰਨ ਵੀ ਇਹੀ ਸੀ ਤੇ ਸਹਿਜ ਵੀ ਇਹੀ ਹੁੰਦਾ। ਆਦ ਨਹੀਂ ਜੋਤੀ ਦਾ, ਅਨਾਦ ਹੈ। ਅਨਾਹਤ ਅਟਲ ਹੈ। ਹੁਕਮ ਕੱਟਿਆ ਨਹੀਂ ਜਾ ਸਕਦਾ, ਟਾਲਿਆ ਨਹੀਂ ਜਾ ਸਕਦਾ। ਹੁਕਮ ਨੂੰ ਕੋਈ ਰੋਕ ਨਹੀਂ ਸਕਦਾ, ਹੁਕਮ ਨੂੰ ਕੋਈ ਬਦਲ ਨਹੀਂ ਸਕਦਾ। ਅਨਾਹਦ, ਹੁਕਮ ਦੀ ਹੱਦ ਵੀ ਕੋਈ ਨਹੀਂ, ਪੂਰੀ ਸ੍ਰਿਸ਼ਟੀ 'ਚ ਵਰਤ ਰਿਹਾ ਤੇ ਬਰਾਬਰ ਹੈ ਸਭ ਥਾਈਂ। ਸਭ ਕੁਝ ਹੁਕਮ ਵਿੱਚ ਹੈ, ਬਦਲਿਆ ਨਹੀਂ ਜਾ ਸਕਦਾ। ਤੇ ਹੁਕਮ ਕਿਸੇ ਦੀ ਪਕੜ ਵਿੱਚ ਵੀ ਨਹੀਂ ਆਉਂਦਾ। ਕੋਈ ਦੱਸ ਵੀ ਨਹੀਂ ਸਕਦਾ ਕਿ ਇਹ ਹੈ ਹੁਕਮ।
ਗੁਰਬਾਣੀ ਵਿੱਚ ਵੀ ਇਹੀ ਕਿਹਾ ਗਿਆ ਕਿ ਹੁਕਮ ਬੂਝ ਪਰਮ ਪਦ ਪਾਈ। ਨਿਸ਼ਾਨੀ ਦੱਸਤੀ ਵੀ ਜਦੋਂ ਤੂੰ ਹੁਕਮ ਬੁੱਝ ਲੇਗਾ ਤੇਰੇ ਕੋਲ ਪਰਮ ਪਦ ਹੋਊਗਾ, ਸਭ ਤੋਂ ਸ੍ਰੇਸ਼ਟ ਅਵਸਥਾ ਹੋਊਗੀ, ਤੂੰ ਜੋਤੀ ਸਰੂਪ ਹੋਏਗਾ। ਇਹ ਜ਼ਰੂਰ ਦੱਸਿਆ ਕਿ ਪ੍ਰਾਪਤੀ ਇਹ ਹੈ, ਪਰ ਹੁਕਮ ਨਹੀਂ ਦੱਸਿਆ ਕਿ ਹੁਕਮ ਕੀ ਹੈ। ਪਰ ਸਾਡੇ ਪ੍ਰਚਾਰਕ ਨੇ ਜਿੰਨੇ ਵੀ, ਚਾਹੇ ਸੰਤ ਨੇ, ਚਾਹੇ ਰਾਗੀ ਨੇ, ਚਾਹੇ ਢਾਡੀ ਨੇ, ਉਹਨਾਂ ਨੇ ਬੜੀਆਂ ਪ੍ਰਚਾਰ ਗੱਲਾਂ ਕੀਤੀਆਂ, ਕਥਾ ਕਹਾਣੀਆਂ ਕੀਤੀਆਂ ਕਿ ਹੁਕਮ ਬਦਲਿਆ ਵੀ ਜਾਂਦਾ ਤੇ ਕਈ ਸਾਖੀਆਂ ਵੀ ਨੇ। ਉਹ ਤਾਂ ਕਹਿ ਦਿੰਦੇ ਆ ਵੀ ਸੰਤ ਬਦਲ ਦਿੰਦੇ ਆ, ਰੱਬ ਸੰਤਾਂ ਦੀ ਗੱਲ ਮੰਨ ਲੈਂਦਾ। ਪਰ ਗੁਰਬਾਣੀ ਨਹੀਂ ਮੰਨਦੀ। ਹੁਣ ਗੁਰਬਾਣੀ ਕੀ ਕਹਿੰਦੀ ਹੈ? ਪੰਜਵੇਂ ਪਾਤਸ਼ਾਹ ਦੇ ਮੁਖੋਂ ਨਿਕਲਿਆ ਬਚਨ ਹੈ, ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਉਹ ਤਾਂ ਕਹਿੰਦੇ ਵੀ ਤੇਰਾ ਜੋ ਭਾਣਾ ਵਰਤਦਾ ਉਹ ਮਿੱਠਾ ਲੱਗਦਾ ਹੈ, ਪਰ ਸਾਡੇ ਕਹਿੰਦੇ ਬਦਲਿਆ ਜਾਂਦਾ ਹੈ। ਇਹ ਤਾਂ ਕਹਿੰਦੇ ਰੱਬ ਨੂੰ ਵੀ ਮੰਨਣਾ ਪੈਂਦਾ ਹੈ, ਕੀਤਾ ਅਰਦਾਸਾ ਸੰਤਾਂ ਦਾ। ਇਹਦਾ ਮਤਲਬ ਰੱਬ ਫਿਰ ਗੁਲਾਮ ਹੈ। ਇਹ ਨਹੀਂ ਕਹਿੰਦੇ ਕਿ ਸੰਤਾਂ ਨੂੰ ਰੱਬ ਦਾ ਹੁਕਮ ਮੰਨਣਾ ਪੈਂਦਾ ਹੈ। ਗੁਰਬਾਣੀ ਕੀ ਕਹਿੰਦੀ ਹੈ? ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਉਹਦਾ ਤੇਰੇ ਦਰ ਤੇ ਬੈਠਾ, ਜਿਹੜਾ ਦਰ ਤੇ ਬੈਠਾ ਹੁੰਦਾ ਮਾਲਕ ਦੇ, ਕੀ ਮਾਲਕ ਉਹਦਾ ਹੁਕਮ ਮੰਨਦਾ ਕਿ ਜਾਂ ਜਿਹੜਾ ਦਰ ਤੇ ਬੈਠਾ ਉਹ ਹੁਕਮ ਮੰਨਦਾ? ਸਾਰਾ ਕੁਛ ਹੀ ਬਦਲਿਆ ਗਿਆ। ਹੇ ਮੇਰੇ ਮਨਾ, ਹੁਣ ਤੂੰ ਵਿਚਾਰ ਕਰ, ਕਿਸੇ ਦੀ ਗੱਲ ਛੱਡ, ਆਪਣੇ ਵੱਲ ਵੇਖ, ਹੁਕਮ ਅਨੁਸਾਰ ਹੀ ਹੋ। ਉਹਨਾਂ ਨੇ ਤਾਂ ਬਦਲਿਆ ਨਹੀਂ ਤੇ ਹੋਰ ਕਿਵੇਂ ਕੋਈ ਬਦਲ ਸਕਦਾ? ਪਾਤਸ਼ਾਹ ਨੇ ਨਹੀਂ ਬਦਲਿਆ। ਜਦੋਂ ਇਹ ਗੱਲ ਦੀ ਸੱਚਾਈ ਹੈ ਦਾ ਮਤਲਬ ਹੋਰ ਵੀ ਕੋਈ ਬਦਲ ਨਹੀਂ ਸਕਦਾ। ਜਦੋਂ ਹੁਕਮ ਦਾ ਪਤਾ ਹੀ ਨਹੀਂ ਬਦਲੂ ਕਿਤੇ, ਹੁਕਮ ਤਾਂ ਨਾਲ ਦੀ ਨਾਲ ਆਉਂਦਾ। ਬਦਲੀ ਤਾਂ ਉਹ ਚੀਜ਼ ਜਾਂਦੀ ਜਿਹੜੀ ਪਹਿਲਾਂ ਹੀ ਆਪਣੇ ਕੋਲ ਪਈ। ਜਿਵੇਂ ਹੁਣ ਸਾਡੇ ਕੋਲ ਗੁਰਬਾਣੀ ਪਈ, ਅਸੀਂ ਇਹਨੂੰ ਬਦਲ ਸਕਦੇ ਹਾਂ। ਬਹੁਤ ਬੰਦਿਆਂ ਨੇ ਬਦਲਤੀ, ਪ੍ਰਿੰਟਿੰਗ ਪ੍ਰੈਸ ਕਰਦੇ ਆ, ਕਈ ਅੱਖਰ ਉੱਧਰ ਲੱਗ ਗਏ, ਕੋਈ ਅੱਖਰ ਉੱਧਰ ਲੱਗ ਗਿਆ, ਅਰਥਾਂ 'ਚ ਬਦਲਤੇ ਗੱਲਾਂ। ਪਰ ਜਿਹੜਾ ਹੁਕਮ ਹੈ ਪਰਮੇਸ਼ਰ ਦਾ, ਚੇਤਨ ਦੇ ਹਿਰਦੇ 'ਚ ਆ ਰਿਹਾ, ਉਹ ਨਹੀਂ ਕੋਈ ਬਦਲ ਸਕਦਾ। ਉਹ ਤਾਂ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਵੀ ਕੀ ਹੋਣਾ। ਉਹ ਤਾਂ ਜਦੋਂ ਹੋ ਗਿਆ ਬਸ ਉਦੋਂ ਹੀ ਪਤਾ ਵੀ ਆਹ ਹੋ ਗਿਆ। ਸਾਹਿਬ ਮੇਰਾ ਨੀਤ ਨਵਾਂ ਕਿਉਂ ਫਿਰ ਗੁਰਬਾਣੀ 'ਚ ਲਿਖਿਆ? ਉਹੀ ਤਾਂ ਬੁੱਝਣ ਹੈ, ਉਹੀ ਤਾਂ ਹੁਕਮ ਹੈ, ਉਹੀ ਤਾਂ ਫਰਮਾਨ ਹੈ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਟਲ ਆਦ ਪੁਰਖ ਫਰਮਾਇਓ। ਆਦ ਪੁਰਖ ਹੈ ਉਹ ਜਿਹੜਾ ਫਰਮਾਨ ਦਾ, ਜਿਹੜਾ ਸਾਰਿਆਂ ਦਾ ਆਦ ਹੈ, ਜਿਹਨੇ ਸ੍ਰਿਸ਼ਟੀ ਰਚੀ ਹੋਈ ਹੈ, ਉਹ ਪਰਮੇਸ਼ਰ ਹੈ, ਉਹ ਕਰਤਾ ਪੁਰਖ ਹੈ। ਉਹਦਾ ਫੁਰਨਾ ਹੈ ਉਹ ਕਿਸੇ ਨੂੰ ਕੀ ਪਤਾ? ਉਹ ਤਾਂ ਜਿਹਦੇ ਹਿਰਦੇ 'ਚ ਫੁਰਦਾ ਉਦੋਂ ਪਤਾ ਲੱਗਦਾ। ਆਪਾਂ ਨੂੰ ਨਹੀਂ ਪਤਾ ਲੱਗਦਾ, ਚਾਹੇ ਆਪਣੇ ਅੰਦਰੋਂ ਪੂਰੀ ਸੋਝੀ ਨਹੀਂ, ਉਹਦੀ ਮਾਇਆ ਦਾ ਫੁਰਨਾ ਹੀ ਉੱਠਦਾ ਤਾਂ ਵੀ ਨਹੀਂ ਪਤਾ ਲੱਗਦਾ। ਉਦੋਂ ਹੀ ਪਤਾ ਲੱਗਦਾ ਵੀ ਮਿੰਟ 'ਚ ਆਹ ਫੁਰਨਾ ਆ ਗਿਆ, ਫਿਰ ਉਹਨੂੰ ਬਦਲਿਆ ਕਿਵੇਂ ਜਾ ਸਕਦਾ? ਸੋ ਸਾਰਾ ਕੁਝ ਚੱਲੀ ਜਾਂਦਾ ਸਾਡੇ ਵੀ। ਸੋ ਹੇ ਮੇਰੇ ਮਨਾ, ਸਾਰਾ ਕੁਝ ਗੁਰਬਾਣੀ 'ਚ ਤੇਰੇ ਸਾਹਮਣੇ ਹੈ। ਸੁਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ। ਦੇਖੋ ਕਿੱਡੀ ਗੱਲ ਲਿਖੀ ਪਾਤਸ਼ਾਹ ਨੇ, ਕਹਿੰਦੇ ਹੁਕਮ ਦਾ ਬੇਸ ਹਰ ਯੁੱਗ ਵਿੱਚ ਇੱਕੋ ਜਿਹਾ ਹੀ ਰਹਿੰਦਾ। ਜੋ ਪਿੱਛੇ ਦੱਸਿਆ, ਜਦੋਂ ਵੀ ਹੁਕਮ ਪ੍ਰਗਟ ਹੁੰਦਾ ਇੱਕੋ ਹੀ ਵੇਸ ਹੁੰਦਾ। ਇਸੇ ਹੁਕਮ ਦੇ ਅੱਗੇ ਸਿਰ ਝੁਕਾ ਕੇ ਰੱਖਣਾ, ਮਨ ਝੁਕਾ ਕੇ ਰੱਖਣਾ, ਭਾਣਾ ਮਿੱਠਾ ਮੰਨਣਾ, ਫਿਰ ਕਿਤੇ ਖੜਾ ਛੁੱਟਦਾ। ਜੁਗ ਜੁਗ ਏਕੋ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਹੁਕਮ ਪ੍ਰਗਟ ਹੈ, ਜਿਨ੍ਹਾਂ ਨੂੰ ਸੋਝੀ ਹੈ, ਹੁਕਮ ਜਦੋਂ ਪ੍ਰਗਟ ਹੋ ਜਾਂਦਾ ਉਹਦੀ ਸੋਝੀ ਆਉਂਦੀ ਹੈ, ਉਹ ਕਿਸੇ ਵੀ ਸਰੀਰ ਦੇ ਅੰਦਰ ਜੋਤ ਹੈ
ਮਨੁੱਖਾ ਤਨ ਦੇ ਅੰਦਰ, ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਸੀ ਚਾਹੇ ਦੂਜੇ ਪਾਤਸ਼ਾਹ ਦੇ ਅੰਦਰ ਸੀ, ਉਹਨਾਂ ਦੋਨਾਂ ਦਾ ਇੱਕੋ ਜਿਹਾ ਬੇਸ ਹੈ, ਇੱਕੋ ਜਿਹੇ ਨੇ ਦੋਨੇ। ਸੱਚਖੰਡ ਦੇ ਅੰਦਰ ਜਿੰਨੀਆਂ ਜੋਤਾਂ ਨੇ ਉਹ ਸਾਰਿਆਂ ਦੇ ਵਿੱਚ ਸ਼ਾਮਲ ਹੋ ਜਾਂਦੀਆਂ। ਜਿਵੇਂ ਇੱਕ ਕਿਆਰੀ ਦੇ ਵਿੱਚ ਹਜ਼ਾਰਾਂ ਗੁਲਾਬ ਦਾ ਫੁੱਲ ਹੋਵੇ, ਉਹ ਸਾਰਿਆਂ ਦਾ ਇੱਕੋ ਜਿਹਾ ਬੇਸ ਹੈ। ਚਾਹੇ ਉਹ ਤੋਂ ਫੁੱਲ ਪੱਟ ਕੇ ਲਿਆ ਕੇ ਤੁਸੀਂ ਬਾਹਰ ਲਾ ਦਿਓ, ਉਸ ਫੁੱਲ ਦਾ ਵੀ ਬੇਸ ਉਹੋ ਜਿਹਾ ਹੀ ਹੋਊਗਾ, ਤੇ ਜਿਹੜੇ ਹਜ਼ਾਰਾਂ ਫੁੱਲ ਗੁਲਾਬ ਦੇ ਉਹਨਾਂ ਦਾ ਬੇਸ ਵੀ ਇੱਕੋ ਜਿਹਾ ਹੀ ਹੋਊਗਾ। ਇਸੇ ਤਰ੍ਹਾਂ ਜਿਹੜੀ ਜੋਤ ਭਵਸਾਗਰ ਵਿੱਚ ਆ ਕੇ ਇੱਕ ਹੋ ਗਈ, ਉਹਦਾ ਬੇਸ ਵੀ ਸੱਚਖੰਡ ਵਰਗਾ ਹੀ ਹੋ ਜਾਂਦਾ ਹੈ। ਤੇ ਜਿਹੜੀਆਂ ਸੱਚਖੰਡ ਦੇ ਅੰਦਰ ਨੇ ਉਹਨਾਂ ਦਾ ਬੇਸ ਵੀ ਇੱਕੋ ਜਿਹਾ ਹੀ ਹੈ। ਪਰ ਜੁਗ ਜੁਗ ਇੱਕੋ ਬੇਸ। ਜਦੋਂ ਜੁਗ ਹੋ ਜਾਂਦਾ ਹੈ, ਜੋੜ ਹੋ ਜਾਂਦਾ, ਮਿਲਾਪ ਹੋ ਜਾਂਦਾ ਆਤਮਾ ਪ੍ਰਾਤਮਾ ਦਾ, ਉਦੋਂ ਬੇਸ ਇੱਕ ਹੁੰਦਾ। ਜਿੰਨਾ ਚਿਰ ਆਤਮਾ ਤੇ ਪ੍ਰਾਤਮਾ ਦਾ ਮਿਲਾਪ ਨਹੀਂ ਹੁੰਦਾ, ਉਨਾ ਚਿਰ ਬੇਸ ਵੱਖੋ ਵੱਖਰਾ ਹੈ। ਉਨਾ ਚਿਰ ਮਨ ਮਾਇਆ 'ਚ ਫਸਿਆ ਹੋਇਆ, ਮੂਲ ਅੰਦਰੋਂ ਬੈਠਾ ਮਿੰਨਤਾਂ ਕਰਦਾ, ਸੋਝੀ ਬਖਸ਼ਦਾ। ਪਰ ਜੇ ਮਨ ਲੈ ਲਵੇ ਤਾਂ ਇੱਕ ਹੋ ਸਕਦਾ, ਇੱਕ ਹੋ ਕੇ ਉੱਗ ਸਕਦਾ। ਉੱਗਿਆ ਹੋਇਆ ਜਿਹੜਾ ਉਹ ਸੁੰਦਰ ਸਰੂਪ ਹੈ, ਉਹੀ ਸਾਡੀ ਮੰਜ਼ਿਲ ਹੈ, ਉਸ ਨੂੰ ਅਸੀਂ ਪ੍ਰਾਪਤ ਕਰਨ ਆਏ ਹੋਏ ਹਾਂ। ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।